सत श्री अकाल। न्यूज़ 18 पंजाब हरियाणा देख रहे सारे दर्शकों का स्वागत है। 6 बजे ਦੀਆਂ 6 ਵੱਡੀਆਂ खबरां लैके मैं विजयपाल सिंह बराड़ दर्शकों के सामने हाजिर हाँ। शुरुआत करते हैं अमृतसर तो एक वड्डी खबर तो। अमृतसर ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੋਈ ਹੈ। ਕਚਹਿਰੀਆਂ ਦੇ ਬਾਹਰ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਕਾਰ ਪਾਰਕਿੰਗ ਦੇ ਕਰਿੰਦਿਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਦਰਅਸਲ ਨੌਜਵਾਨ ਕੋਰਟ ਤੇ ਪੇਸ਼ੀ ਦੇ ਲਈ ਆਇਆ ਸੀ, ਜਿੱਥੇ ਉਸ ਦੇ ਨਾਲ ਕੁੱਟਮਾਰ ਹੋਈ। ਕਾਰ ਪਾਰਕਿੰਗ ਦੇ ਜਿਹੜੇ ਕਰਿੰਦੇ ਸੀ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਕੋਰਟ 'ਚ ਪੇਸ਼ੀ ਤੇ ਆਏ ਇੱਕ ਨੌਜਵਾਨ ਦੇ ਨਾਲ ਪੁਲਿਸ ਦੇ ਸਾਹਮਣੇ ਹੀ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਕੁੱਟਮਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਇਹ ਤਸਵੀਰਾਂ ਨੇ ਜਿਸ ਦੇ ਵਿੱਚ ਪਾਰਕਿੰਗ ਦੇ ਕਰਿੰਦੇ ਇੱਕ ਨੌਜਵਾਨ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਰਹੇ ਨੇ। ਅੰਮ੍ਰਿਤਸਰ ਦੇ ਵਿੱਚ ਕੋਰਟ ਕੰਪਲੈਕਸ ਦੀ ਪਾਰਕਿੰਗ ਦੀਆਂ ਇਹ ਤਸਵੀਰਾਂ ਨੇ। ਇਹ ਸਕੂਟਰ ਪਾਰਕਿੰਗ ਤੇ ਲਾਉਣ ਤੋਂ ਇਹਨਾਂ ਦਾ ਆਪਸ ਵਿੱਚ ਝਗੜਾ ਆ ਗੇਟ ਨੰਬਰ 1 ਤੇ ਦੋਨੇ ਸਾਡੇ ਕੋਲ ਆਏ ਆ। ਉਹਨਾਂ ਦੱਸਿਆ ਵੀ ਹਾਂ ਜੀ ਇਹਨਾਂ ਨੂੰ ਡੱਕਿਆ ਵਾ, ਸਕੂਟਰ ਹੀ ਐਕਟਿਵਾ ਜੀ ਅੰਦਰ ਲਾਉਣ ਤੋਂ ਇਹ ਮਨੇ ਕੀਤਾ ਵਾ। ਇਹਨੂੰ ਪ੍ਰਾਈਵੇਟ ਵਹੀਕਲਾਂ ਦਾ ਮਨੇ ਅੰਦਰ ਆਉਣਾ। ਕੋਈ ਨਹੀਂ, ਜੋ ਵੀ ਕਾਨੂੰਨੀ ਕਾਰਵਾਈ ਤਾਂ ਬਣਦੀ ਹੈ ਕਰਾਂਗੇ। ਆਪਣਾ ਕੰਮ ਹੈ ਤਾਂ ਕੋਰਟ 'ਚ ਪੇਸ਼ੀ ਤੇ ਨੌਜਵਾਨ ਆਇਆ ਸੀ। ਅੰਮ੍ਰਿਤਸਰ ਦੀਆਂ ਅਸੀਂ ਤਸਵੀਰਾਂ ਦਿਖਾਈਆਂ ਨੇ ਵੀਡੀਓ ਦੇ ਵਿੱਚ, ਕਿਉਂਕਿ ਕਾਫੀ ਗਾਲੀ ਗਲੋਚ ਕੀਤਾ ਗਿਆ, ਕੁੱਟਮਾਰ ਕੀਤੀ ਗਈ, ਇਸ ਕਰਕੇ ਉਹ ਆਵਾਜ਼ਾਂ ਨੂੰ ਸੁਣਾਇਆ ਨਹੀਂ ਜਾ ਸਕਦਾ। ਪਰ ਇੱਕ ਨੌਜਵਾਨ ਜੋ ਪੇਸ਼ੀ ਤੇ ਆਇਆ ਸੀ, ਪਾਰਕਿੰਗ ਦੇ ਵਿੱਚ ਸਕੂਟਰ ਖੜਾ ਕਰਨ ਨੂੰ ਲੈ ਕੇ ਤਕਰਾਰ ਹੋਈ ਤੇ ਇਹ ਤਕਰਾਰ ਕੁੱਟਮਾਰ ਦੇ ਵਿੱਚ ਬਦਲ ਗਈ। ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਅਗਲੀ ਖਬਰ ਬ੍ਰੇਕਿੰਗ ਨੰਬਰ 5। ਬਜਰੰਗ ਦਲ ਵਾਲਿਆਂ ਦਾ ਕੁਟਾਪਾ ਹੋਇਆ ਹੈ ਫਰੀਦਕੋਟ ਦੇ ਵਿੱਚ। ਕੁੱਟਮਾਰ ਕੀਤੀ ਗਈ ਹੈ ਬਜਰੰਗ ਦਲ ਦੇ ਵਰਕਰਾਂ ਦੀ ਔਰ ਲੋਕਾਂ ਨੇ ਕੁੱਟ-ਕੁੱਟ ਕੇ ਬਜਰੰਗ ਦਲ ਦੇ ਵਰਕਰ ਭਜਾਏ ਨੇ। ਦਰਅਸਲ ਵੈਲੈਂਟਾਈਨਸ ਡੇ ਦਾ ਵਿਰੋਧ ਕਰ ਰਹੇ ਸੀ ਬਜਰੰਗ ਦਲ ਦੇ ਵਰਕਰ, ਤਾਂ ਉੱਥੇ ਲੋਕਾਂ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਭਜਾਇਆ। ਦਰਅਸਲ ਪਤੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਬਜਰੰਗ ਦਲ ਦੇ ਵਰਕਰਾਂ ਵੱਲੋਂ, ਜਿਸ ਤੋਂ ਬਾਅਦ ਲੋਕ ਉੱਥੇ ਭੜਕ ਗਏ। ਦਰਅਸਲ ਪਾਰਕ ਦੇ ਵਿੱਚ ਇੱਕ ਪਤੀ ਪਤਨੀ ਬੈਠੇ ਸੀ। ਬਜਰੰਗ ਦਲ ਦੇ ਵਰਕਰ ਉੱਥੇ ਆਏ, ਉਹਨਾਂ ਨੇ ਪਤੀ ਪਤਨੀ ਨੂੰ ਪ੍ਰੇਮੀ ਜੋੜਾ ਸਮਝਿਆ ਤੇ ਉਹਨਾਂ ਦੀ ਕੁੱਟਮਾਰ ਕੀਤੀ। ਵੈਲੈਂਟਾਈਨ ਡੇ ਦੇ ਮੌਕੇ ਤੇ ਪਾਰਕ ਦੇ ਵਿੱਚ ਆ ਕੇ ਜਦੋਂ ਉਹਨਾਂ ਨੇ ਪਤੀ ਪਤਨੀ ਦੀ ਕੁੱਟਮਾਰ ਕੀਤੀ ਤਾਂ ਫਿਰ ਉੱਥੇ ਜਿਹੜੇ ਸਥਾਨਕ ਲੋਕ ਮੌਜੂਦ ਸੀ ਉਹ ਗੁੱਸੇ 'ਚ ਆ ਗਏ ਤੇ ਉਹਨਾਂ ਨੇ ਬਜਰੰਗ ਦਲ ਵਰਕਰਾਂ ਦੀ ਫਿਰ ਖੂਬ ਕੁੱਟਮਾਰ ਕੀਤੀ ਔਰ ਬਜਰੰਗ ਦਲ ਵਰਕਰਾਂ ਨੂੰ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਂਦੇ ਹੋਏ ਭੱਜਣਾ ਪਿਆ। ਸੋ ਇਹ ਤਸਵੀਰਾਂ ਨੇ ਫਰੀਦਾਬਾਦ ਦੀਆਂ, ਜਿੱਥੇ ਬਜਰੰਗ ਦਲ ਦੇ ਵਰਕਰ ਵੈਲੈਂਟਾਈਨਸ ਡੇ ਦਾ ਵਿਰੋਧ ਕਰਨ ਆਏ ਸੀ, ਪਰ ਜਦੋਂ ਸਥਾਨਕ ਲੋਕ ਉਹਨਾਂ ਨੂੰ ਅੱਗੋਂ ਪੈ ਗਏ, ਉਹਨਾਂ ਦੀ ਇਸ ਹਰਕਤ ਨੂੰ ਦੇਖਦੇ ਹੋਏ ਜੋ ਉਹਨਾਂ ਵੱਲੋਂ ਇੱਕ ਪਤੀ ਪਤਨੀ ਦੇ ਨਾਲ ਕੀਤੀ ਗਈ, ਤਾਂ ਫਿਰ ਉਹਨਾਂ ਨੂੰ ਉੱਥੋਂ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਅਗਲੀ ਖਬਰ ਬ੍ਰੇਕਿੰਗ ਨੰਬਰ 4। BBC ਦੇ ਦਫ਼ਤਰਾਂ ਤੇ ਇਨਕਮ ਟੈਕਸ ਦੀ ਰੇਡ ਹੋਈ ਹੈ। ਦਿੱਲੀ ਤੇ ਮੁੰਬਈ ਦੇ ਵਿੱਚ BBC ਦੇ ਦਫ਼ਤਰ ਨੇ ਜਿਹੜੇ ਉੱਥੇ ਰੇਡ ਕੀਤੀ ਗਈ ਹੈ। ਕਾਫੀ ਅਹਿਮ ਦਸਤਾਵੇਜ਼, ਮੋਬਾਈਲ, ਲੈਪਟਾਪ ਜ਼ਬਤ ਕੀਤੇ ਗਏ ਨੇ। ਜੋ ਸੋਰਸਿਸ ਤੋਂ ਖਬਰਾਂ ਨੇ, ਦਿੱਲੀ ਤੇ ਮੁੰਬਈ ਦੇ ਵਿੱਚ ਜੇ BBC ਨਿਊਜ਼ ਦੇ ਜਿਹੜੇ ਦਫ਼ਤਰ ਸੀ ਉੱਥੇ ਰੇਡ ਹੋਈ ਹੈ ਔਰ ਕਾਂਗਰਸ ਨੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ ਚੱਕੇ ਨੇ। BBC ਤੇ ਰੇਡ ਉਹਨਾਂ ਕਿਹਾ ਕਿ ਇੱਕ ਅਣਐਲਾਨੀ ਐਮਰਜੈਂਸੀ ਹੈ, ਇਹ ਕਾਂਗਰਸ ਦਾ ਰਿਐਕਸ਼ਨ ਹੈ ਔਰ यूके सरकार दी भी इस रेड ते नजर है। BBC ਦੇ ਆਫਿਸ ਤੇ ਜੋ ਰੇਡ ਹੋਈ ਹੈ ਉਸ ਤੇ यूके ਸਰਕਾਰ ਦੀ ਵੀ ਨਜ਼ਰ ਹੈ। ਦਿੱਲੀ ਤੇ ਮੁੰਬਈ ਦੇ ਆਫਿਸਿਸ ਦੇ ਵਿੱਚ ਰੇਡ ਹੋਈ ਹੈ, ਜਿੱਥੋਂ ਕਾਫੀ ਦਸਤਾਵੇਜ਼, ਮੋਬਾਈਲ, ਲੈਪਟਾਪ ਜ਼ਬਤ ਕੀਤੇ ਗਏ ਨੇ।
ਤੇ ਕਾਂਗਰਸ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਪਹਿਲਾਂ BBC ਦੀ ਡਾਕੂਮੈਂਟਰੀ ਆਈ, ਇਸ ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ BBC ਤੇ IT ਦਾ ਛਾਪਾ ਪਿਆ ਹੈ। ਅਣਐਲਾਨੀ ਐਮਰਜੈਂਸੀ, ਇਹ ਕਾਂਗਰਸ ਵੱਲੋਂ ਟਵੀਟ ਕੀਤਾ ਗਿਆ। ਤੇ BBC ਦਾ ਵੀ ਟਵੀਟ ਹੈ। BBC ਨੇ ਟਵੀਟ ਦੇ ਵਿੱਚ ਲਿਖਿਆ ਕਿ ਇਨਕਮ ਟੈਕਸ ਇਸ ਸਮੇਂ ਨਵੀਂ ਦਿੱਲੀ ਅਤੇ ਮੁੰਬਈ ਵਿੱਚ BBC ਦਫ਼ਤਰਾਂ ਦੇ ਵਿੱਚ ਨੇ ਤੇ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ। ਅਸੀਂ ਇਸ ਸਥਿਤੀ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਉਮੀਦ ਕਰਦੇ ਹਾਂ। ਇਹ BBC ਵੱਲੋਂ ਟਵੀਟ ਕੀਤਾ ਗਿਆ। ਤਾਂ ਕਾਂਗਰਸ ਵੱਲੋਂ ਇਸ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਗਿਆ ਹੈ, ਪਰ BJP ਇਸ ਤੇ ਕੀ ਕਹਿ ਰਹੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। आप ये भूल जाते हैं कि इसी BBC के खिलाफ जब आपकी सरकार थी तो प्रतिबंध लगाया गया। जब बैन आपने लगाया तो वो ठीक है, लेकिन अगर आयकर विभाग अपनी कार्रवाई कर रहा है तो मोदी जी से नफरत आपकी इतनी है कि आप उसको भी राजनीतिक रंग दे रहे हैं। ईडी सीबीआई पे भी आप आरोप लगाते हैं, लेकिन न्यायालय जाते हैं तो आपको कोई रिलीफ नहीं मिलता है। आयकर विभाग पे भी आपका विश्वास नहीं है, तो आपका विश्वास केवल ऐसी संस्थाओं पे है, ऐसी एजेंसियों पे है जो भले भारत का नुकसान कर दे, लेकिन आपकी राजनीतिक रोटियां सेकने के लिए आपको तवा मिलता रहे। ये बेहद ही निंदनीय है, दुर्भाग्यपूर्ण है। ਤੇ ਅਗਲੀ ਖਬਰ ਬ੍ਰੇਕਿੰਗ ਨੰਬਰ 3। ਅੰਮ੍ਰਿਤਪਾਲ ਸਿੰਘ ਨੇ ਰੀਨਾ ਰਾਏ ਦੀ ਥਿਊਰੀ ਨੂੰ ਨਕਾਰਿਆ ਹੈ। ਰੀਨਾ ਰਾਏ ਜੋ ਦੀਪ ਸਿੱਧੂ ਦੀ ਗਰਲਫ੍ਰੈਂਡ ਸੀ ਔਰ ਰੀਨਾ ਰਾਏ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕੁਝ ਖੁਲਾਸੇ ਕੀਤੇ ਗਏ ਸੀ, ਜਿਸ ਦੇ ਵਿੱਚ ਦੀਪ ਸਿੱਧੂ ਦੀ ਮੌਤ ਨੂੰ ਹਾਦਸਾ ਦੱਸਿਆ ਸੀ ਰੀਨਾ ਰਾਏ ਨੇ, ਕਿਉਂਕਿ ਰੀਨਾ ਰਾਏ ਉਸ ਵੇਲੇ ਦੀਪ ਸਿੱਧੂ ਦੇ ਨਾਲ ਮੌਜੂਦ ਸੀ। ਔਰ ਰੀਨਾ ਰਾਏ ਨੇ ਆਪਣੇ ਬਿਆਨ ਦੇ ਵਿੱਚ ਕਿਹਾ, ਆਪਣੇ ਸੋਸ਼ਲ ਮੀਡੀਆ ਤੇ ਜੋ ਲਾਈਵ ਹੋ ਕੇ ਜੋ ਕੁਝ ਬੋਲਿਆ ਗਿਆ ਰੀਨਾ ਰਾਏ ਵੱਲੋਂ, ਉਸਨੇ ਕਿਹਾ ਕਿ ਦੀਪ ਸਿੱਧੂ ਦੀ ਜਿਹੜੀ ਮੌਤ ਹੈ ਉਹ ਇੱਕ ਹਾਦਸੇ ਦੀ ਵਜ੍ਹਾ ਨਾਲ ਹੋਈ ਸੀ, ਉਹ ਮਹਿਜ ਹਾਦਸਾ ਸੀ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਵੱਲੋਂ ਰੀਨਾ ਰਾਏ ਦੀ ਥਿਊਰੀ ਨੂੰ ਨਕਾਰਦੇ ਹੋਏ ਕਿਹਾ ਗਿਆ ਕਿ ਦੀਪ ਸਿੱਧੂ ਨੂੰ ਸ਼ਹੀਦ ਕੀਤਾ ਗਿਆ, ਐਕਸੀਡੈਂਟ ਦਾ ਰੂਪ ਦੇ ਕੇ ਸ਼ਹੀਦ ਕੀਤਾ ਗਿਆ। ਇਹ ਬਿਆਨ ਅੰਮ੍ਰਿਤਪਾਲ ਸਿੰਘ ਜੋ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਨੇ ਉਹਨਾਂ ਵੱਲੋਂ ਦਿੱਤਾ ਗਿਆ ਔਰ ਦੀਪ ਸਿੱਧੂ ਦੀ ਬਰਸੀ ਮਨਾਉਣ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ 19 ਫਰਵਰੀ ਨੂੰ ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾ ਦੇ ਵਿੱਚ ਇਹ ਬਰਸੀ ਮਨਾਈ ਜਾਏਗੀ। ਕੁਝ ਦਿਨ ਪਹਿਲਾਂ ਦੀਪ ਸਿੱਧੂ ਦੀ ਗਰਲਫ੍ਰੈਂਡ ਵੱਲੋਂ ਇਹ ਖੁਲਾਸਾ ਕੀਤਾ ਗਿਆ ਸੀ ਕਿ ਐਕਸੀਡੈਂਟ ਦੇ ਵਿੱਚ ਦੀਪ ਸਿੱਧੂ ਦੀ ਮੌਤ ਹੋਈ ਸੀ। ਇਹ ਸੱਚੀ ਹਾਦਸਾ ਸੀ, ਹਾਦਸੇ ਤੋਂ ਬਿਨਾ ਕੁਝ ਹੋਰ ਨਹੀਂ ਸੀ। ਇਹ ਰੀਨਾ ਰਾਏ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਦੀਪ ਸਿੱਧੂ ਦੀ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ, ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ। ਬੀਤੇ ਸਾਲ 15 ਫਰਵਰੀ 2022 ਦੇ ਵਿੱਚ ਸ਼ਹੀਦ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਜਿਹੜੇ ਆ ਉਹ ਕੌਮ ਤੋਂ ਵਿਛੜ ਗਏ, ਸ਼ਹੀਦੀ ਪਾ ਗਏ। ਹਿੰਦੁਸਤਾਨ ਦੀ ਹਕੂਮਤ ਨੇ ਬੜੇ ਧੋਖੇ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਜਿਹਨੂੰ ਇੱਕ ਐਕਸੀਡੈਂਟ ਦੀ ਸ਼ਕਲ ਜਿਹੜੀ ਦਿੱਤੀ ਗਈ। ਬਾਅਦ 'ਚ 1 ਸਾਲ ਬੀਤਣ ਨੂੰ ਹੋ ਗਿਆ ਤੇ ਉਹਨਾਂ ਦੀ ਪਹਿਲੀ ਬਰਸੀ ਪੂਰੇ ਸੰਸਾਰ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਜਾਂ ਆਜ਼ਾਦੀ ਨੂੰ ਪ੍ਰੇਮ ਕਰਨ ਵਾਲੇ ਜਿਹੜੇ ਸਿੱਖ ਰਾਜ ਦੀ ਗੱਲ ਕਰਨ ਵਾਲੇ ਉਹਨਾਂ ਨੇ ਮਨਾਉਣੀ ਹੈ। 15 ਤਰੀਕ ਨੂੰ ਪਰਿਵਾਰ ਨੇ ਇੱਕ ਸਮਾਗਮ ਰੱਖਿਆ ਹੈ, ਜਿਹਦੇ ਬਰਾਬਰ ਅਸੀਂ ਸਮਾਗਮ ਨਹੀਂ ਰੱਖਣਾ ਚਾਹੁੰਦੇ ਸੀ। ਸੋ ਇਸ ਕਰਕੇ ਅਸੀਂ ਜਿਹੜਾ ਸਮਾਗਮ ਹੈ ਬਾਈ ਦੀਪ ਸਿੱਧੂ ਦੀ ਬਰਸੀ ਦੇ ਸੰਬੰਧ 'ਚ ਉਹ 19 ਫਰਵਰੀ ਨੂੰ ਪਿੰਡ ਬੁੱਧ ਸਿੰਘ ਵਾਲੇ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਉਹਨਾਂ ਦੇ ਨਗਰ ਵਿਖੇ ਇੱਕ ਜਿਹੜਾ ਗੇਟ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਬਣਿਆ ਹੈ, ਸ਼ਹੀਦੀ ਗੇਟ ਉਹਨਾਂ ਦਾ ਸਥਾਪਿਤ ਕੀਤਾ ਗਿਆ। ਉਹਦਾ ਉਦਘਾਟਨ ਵੀ ਹੈ ਤੇ ਪਹਿਲੀ ਬਰਸੀ ਵੀ ਜਥੇਬੰਦੀ ਵੱਲੋਂ ਉੱਥੇ ਮਨਾਈ ਜਾਊਗੀ। ਸੋ ਇੱਕ ਤੇ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਵੱਧ ਚੜ੍ਹ ਕੇ ਐਤਵਾਰ ਦਾ ਦਿਨ ਹੋਣ ਕਰਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਦੂਜਾ ਜਿਹੜਾ ਦੀਪ ਸਿੱਧੂ ਦਾ ਸੁਪਨਾ ਸੀ ਅੰਮ੍ਰਿਤਧਾਰੀ ਹੋ ਕੇ ਜੀਵਨ ਬਤੀਤ ਕਰਨ ਦਾ, ਔਰ ਜਿਹੜੀ ਗੁਰਭਾਈ ਮੁਹਿੰਮ ਅਸੀਂ ਸ਼ੁਰੂ ਕੀਤੀ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਤੋਂ ਪ੍ਰੇਰਨਾ ਲੈ ਕੇ, ਉਹਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਪਾਉਣਾ ਹੈ ਤੇ ਵੱਧ ਤੋਂ ਵੱਧ ਸਿੱਖਾਂ ਨੇ ਅੰਮ੍ਰਿਤਧਾਰੀ ਜਿਹੜਾ ਵਾ ਉਹ ਹੋਣਾ ਹੈ। ਤੇ ਪਿਛਲੇ ਦਿਨੀ ਰੀਨਾ ਰਾਏ ਵੱਲੋਂ ਕਾਫੀ ਗੱਲਾਂ ਕਹੀਆਂ ਗਈਆਂ ਸੀ, ਕਾਫੀ ਹਾਲਾਂਕਿ ਉਹਨਾਂ ਨੇ ਲੰਬਾ ਚੌੜਾ ਬਿਆਨ ਦਿੱਤਾ ਸੀ, ਪਰ ਮੋਟੇ ਤੌਰ ਤੇ ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਕੀ ਕੁਝ ਰੀਨਾ ਰਾਏ ਨੇ ਕਿਹਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਇਹੀ ਗੱਲ
ਮੈਂ ਇਹੀ ਮੰਗਦੀ ਸੀ ਕਿ ਤੂੰ ਜਾ ਕੇ ਸੱਚ ਦੱਸ ਦੇ ਕਿ ਹਾਂ ਐਕਸੀਡੈਂਟ ਸੀ, ਨਾ ਲੀਡ ਕਰਨ ਨੂੰ ਸੰਗਤ ਨੂੰ। ਨੋ, ਇਹੀ ਸੱਚ ਆ। ਮੈਂ ਦੇਖਿਆ, ਮੈਂ ਇਨਵੈਸਟੀਗੇਸ਼ਨ ਮੈਂ ਕਦੋਂ ਆਈ ਸੀ ਪੰਜਾਬ ਨੂੰ, ਮੈਂ ਸਾਰਾ ਕੁਝ ਦੇਖਿਆ। ਦੀਪ ਦੀ ਸਪੀਡ ਜ਼ਿਆਦਾ ਸੀ। ਸੋ ਫਰਦਰ ਇਨਵੈਸਟੀਗੇਸ਼ਨ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਕੀ ਹੋਇਆ। ਦੀਪ was speeding। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਾਲਿਸਤਾਨ ਬਾਰੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਵੱਡਾ ਬਿਆਨ ਆਇਆ ਹੈ। ਅਮਿਤ ਸ਼ਾਹ ਨੇ ਕਿਹਾ ਹੈ ਕਿ ਖਾਲਿਸਤਾਨ ਨੂੰ ਅਸੀਂ ਵਧਣ ਨਹੀਂ ਦੇਵਾਂਗੇ, ਖਾਲਿਸਤਾਨ ਦੀ ਮੰਗ ਨੂੰ ਅਸੀਂ ਵਧਣ ਨਹੀਂ ਦੇਵਾਂਗੇ। ਖਾਲਿਸਤਾਨੀਆਂ ਤੇ ਉਹਨਾਂ ਕਿਹਾ ਕਿ ਸਾਡੀ ਪੈਣੀ ਨਜ਼ਰ ਹੈ, ਖਾਲਿਸਤਾਨ ਨੂੰ ਵਧਣ ਨਹੀਂ ਦੇਵਾਂਗੇ। ਇਹ ਗੱਲ ਅਮਿਤ ਸ਼ਾਹ ਹੋਰਾਂ ਵੱਲੋਂ ਕਹੀ ਗਈ। ਉਹਨਾਂ ਕਿਹਾ ਕਿ ਸਾਰੀਆਂ ਏਜੰਸੀਆਂ ਦੇ ਵਿਚਾਲੇ ਚੰਗਾ ਤਾਲਮੇਲ ਹੈ ਔਰ ਪੰਜਾਬ ਸਰਕਾਰ ਦੇ ਨਾਲ ਵੀ ਅਸੀਂ ਲਗਾਤਾਰ ਸੰਪਰਕ ਦੇ ਵਿੱਚ ਹਾਂ, ਪੰਜਾਬ ਦੇ ਨਾਲ ਵੀ ਅਸੀਂ ਲਗਾਤਾਰ ਸੰਪਰਕ ਦੇ ਵਿੱਚ ਹਾਂ ਔਰ ਖਾਲਿਸਤਾਨ ਵਰਗੀਆਂ ਮੰਗਾਂ ਨੂੰ ਅਸੀਂ ਅੱਗੇ ਨਹੀਂ ਵਧਣ ਦੇਵਾਂਗੇ। ਇਹ ਗੱਲ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਹੀ ਗਈ ਹੈ। ਵੱਡਾ ਬਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤਾ ਗਿਆ। जो मूवमेंट है उसके जो टेररिस्ट हैं बाहर से उनको समर्थन दे रहे हैं। इंटरनली इंडिया में भी जैसे चंडीगढ़ में भी कुछ लोग निकले थे बाहर। वायलेंस बढ़ता जा रहा है, खालिस्तान जैसे वर्ड फिर से इस्तेमाल होने लग गए हैं। देखिए, ये सालों से होता है, हम इस पर गंभीरता से वॉच बनाए रखे हुए हैं। पंजाब सरकार से भी हमारी चर्चाएं होती है, सभी एजेंसियों का कोऑर्डिनेशन अच्छा है। मुझे विश्वास है कि हम इसको पनपने देंगे। खालिस्तान हैं बाहर से उनको समर्थन दे रहे हैं। इंटरनली इंडिया में भी जैसे चंडीगढ़ में भी कुछ लोग निकले थे बाहर। वायलेंस बढ़ता जा रहा है, खालिस्तान जैसे वर्ड फिर से इस्तेमाल होने लग गए हैं। देखिए, ये सालों से होता है, हम इस पर गंभीरता से वॉच बनाए रखे हुए हैं। पंजाब सरकार से भी हमारी चर्चाएं होती है, सभी एजेंसियों का कोऑर्डिनेशन अच्छा है। मुझे विश्वास है कि हम इसको ਤਾਂ ਵੱਖ-ਵੱਖ ਪ੍ਰਤੀਕਰਮ ਇਸ ਬਿਆਨ ਤੋਂ ਬਾਅਦ ਸਾਹਮਣੇ ਆਏ ਨੇ ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਖਾਲਿਸਤਾਨ ਦੇ ਮੁੱਦੇ ਤੇ ਦਿੱਤਾ ਗਿਆ। ਕੀ ਕੁਝ ਪ੍ਰਤੀਕਰਮ ਨੇ, ਵੱਖ-ਵੱਖ ਸਿਆਸੀ ਪਾਰਟੀਆਂ ਕੀ ਕਹਿ ਰਹੀਆਂ ਨੇ, ਤੁਹਾਨੂੰ ਉਹ ਵੀ ਸੁਣਾਉਂਦੇ ਹਾਂ। ਅਮਿਤ ਸ਼ਾਹ ਜੀ ਦੇਸ਼ ਦੇ ਗ੍ਰਹਿ ਮੰਤਰੀ ਨੇ, ਕਿੱਡੇ ਵੱਡੇ ਅਹੁਦੇ ਤੇ ਬੈਠੇ ਆ, ਹਨਾ। ਉਹ ਤਾਂ ਖੁਦ ਪਣਪਾ ਰਹੇ ਨੇ ਖਾਲਿਸਤਾਨ ਨੂੰ। ਜੇ ਉਹ ਇਨਸਾਫ ਨਹੀਂ ਦੇ ਰਹੇ, 7 ਸਾਲਾਂ ਤੋਂ ਬੇਅਦਬੀਆਂ ਦਾ ਇਨਸਾਫ ਨਹੀਂ, ਠੀਕ ਹੈ ਜੀ। ਇਸੇ ਤਰ੍ਹਾਂ 32 ਸਾਲ ਤੋਂ ਬੰਦੀ ਸਿੰਘ ਜੇਲ੍ਹਾਂ 'ਚ ਡੱਕੇ ਹੋਏ ਨੇ, ਹਨਾ। ਉਹ ਤਾਂ ਖੁਦ ਪਾਣੀ ਦੇ ਰਹੇ ਆ ਖਾਲਿਸਤਾਨ ਦੇ ਬੂਟੇ ਨੂੰ, ਨਿਆਂ ਨਾ ਦੇ ਕੇ। ਤੁਸੀਂ ਕਹਿ ਰਹੇ ਹੋ ਇਹਦੇ ਨਾਲ ਵਧ ਰਿਹਾ? ਨਹੀਂ, ਨੈਚੁਰਲ ਵਧੇਗਾ ਨਾ। ਸਿਮਰਨਜੀਤ ਸਿੰਘ ਮਾਨ ਤਾਂ ਉਹਨਾਂ ਦੇ ਨਾਲ ਹੀ ਬਹਿੰਦੇ ਆ, ਬੈਠਦੇ ਨਹੀਂ ਸੰਸਦ 'ਚ, ਠੀਕ ਹੈ। ਫਿਰ ਜੇ ਉਹਨਾਂ ਨੂੰ ਉਹਦੇ ਤੋਂ ਤਕਲੀਫ ਨਹੀਂ, ਉਹਨਾਂ ਤੋਂ, ਤਾਂ ਫਿਰ ਉਹ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਨੇ? ਪੰਜਾਬ 'ਚ ਖਾਲਿਸਤਾਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਹੰਗਾਰਾ ਨਹੀਂ ਹੈ ਆਮ ਲੋਕਾਂ ਵੱਲੋਂ, ਬੜਾ ਸਪਸ਼ਟ ਕਰਦਾ। ਲੇਕਿਨ ਐਂਟੀ ਪੰਜਾਬ ਫੋਰਸਸ, ਖਾਸ ਕਰ ਜਦੋਂ ਦਾ ਕਿਸਾਨ ਅੰਦੋਲਨ ਕਾਮਯਾਬ ਹੋਇਆ, ਪੰਜਾਬ ਨੂੰ ਬਦਨਾਮ ਕਰਨ ਲਈ, ਪੰਜਾਬੀਆਂ ਨੂੰ ਬਦਨਾਮ ਕਰਨ ਲਈ ਪੰਨੂ ਵਰਗਿਆਂ ਦੇ ਥਰਾ, ਇਹ ਪੰਨੂ ਉਦੋਂ ਦਾ ਆਇਆ ਜਦੋਂ ਦਾ ਮੋਦੀ ਸਾਹਿਬ ਸੱਤਾ 'ਚ ਆਇਆ, ਇਹਨਾਂ ਦੇ ਰਾਹੀਂ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ਾਂ ਰਚ ਰਹੀਆਂ। ਤੇ ਹੁਣ ਅੱਜ ਦੀ ਸਭ ਤੋਂ ਵੱਡੀ ਖਬਰ, ਸੀਐਮ ਤੇ ਗਵਰਨਰ ਦੇ ਵਿਚਾਲੇ ਤਲਖੀ ਇੱਕ ਵਾਰ ਫਿਰ ਸਾਹਮਣੇ ਆਈ ਹੈ ਔਰ ਬੜੇ ਜ਼ਬਰਦਸਤ ਤਰੀਕੇ ਨਾਲ ਸਾਹਮਣੇ ਆਈ ਹੈ। ਇੱਕ ਜਵਾਬ ਜੋ ਸੀਐਮ ਵੱਲੋਂ ਲਿਖਿਆ ਗਿਆ, ਉਹ ਜਵਾਬ ਨਹੀਂ, ਦਰਅਸਲ ਉਸ ਜਵਾਬ ਦੇ ਵਿੱਚ 20 ਸਵਾਲ ਪੁੱਛਿਆ ਗਿਆ ਹੈ ਪੰਜਾਬ ਦੇ ਗਵਰਨਰ ਤੋਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁੱਛਿਆ ਹੈ ਕਿ ਤੁਸੀਂ ਦੱਸੋ ਰਾਜਪਾਲ ਦੀ ਚੋਣ ਕਿਸ ਆਧਾਰ ਤੇ ਹੁੰਦੀ ਹੈ। ਗਵਰਨਰ ਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਰਾਜਪਾਲ ਦੀ ਚੋਣ ਦਾ ਆਧਾਰ ਕੀ ਹੈ। ਉਹਨਾਂ ਕਿਹਾ ਕਿ ਸੀਐਮ ਦੇ ਕੋਲ ਜੋ ਪਾਵਰਸ ਹੁੰਦੀਆਂ ਨੇ ਉਹ ਲੋਕਾਂ ਦੀਆਂ ਦਿੱਤੀਆਂ ਨੇ ਔਰ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ 3 ਕਰੋੜ ਲੋਕਾਂ ਦੇ ਜਵਾਬਦੇ ਹਾਂ, ਪਰ ਤੁਸੀਂ ਦੱਸੋ ਕਿ ਰਾਜਪਾਲ ਦੀ ਚੋਣ ਕਿਸ ਕ੍ਰਾਈਟੇਰੀਆ ਦੇ ਤਹਿਤ ਹੁੰਦੀ ਹੈ। ਸੋ ਇਹ ਸੀਐਮ ਵੱਲੋਂ ਲਿਖਿਆ ਗਿਆ। ਕਾਂਗਰਸ ਦਾ ਇਸ ਤੇ ਪ੍ਰਤੀਕਰਮ ਆਇਆ ਹੈ। ਕਾਂਗਰਸ ਕਹਿ ਰਹੀ ਹੈ ਕਿ ਸੀਐਮ ਨੂੰ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਬੀਜੇਪੀ ਕਹਿ ਰਹੀ ਹੈ ਕਿ ਰਾਜਪਾਲ ਨੂੰ ਸਵਾਲ ਪੁੱਛਣ ਦਾ ਪੂਰਾ ਹੱਕ ਹੈ। ਅਕਾਲੀ ਦਲ ਕਹਿ ਰਿਹਾ ਕਿ ਸੰਵਿਧਾਨਿਕ ਸੰਕਟ ਵਰਗੇ ਹਾਲਾਤ ਬਣ ਗਏ ਨੇ। ਸੋ ਵੱਖ-ਵੱਖ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਤਿੰਨੇ ਇਸ ਵੇਲੇ ਪੰਜਾਬ ਦੇ ਵਿੱਚ, ਅਕਾਲੀ ਦਲ, ਬੀਜੇਪੀ ਤੇ ਕਾਂਗਰਸ, ਤਿੰਨਾਂ ਵੱਲੋਂ ਮੁੱਖ ਮੰਤਰੀ
ਤੇ ਸਵਾਲ ਚੱਕੇ ਗਏ ਨੇ ਇਸ ਰਵੱਈਏ ਨੂੰ ਲੈ ਕੇ, ਜਾਂ ਜੋ ਮੁੱਖ ਮੰਤਰੀ ਵੱਲੋਂ ਲਿਖਿਆ ਗਿਆ, ਰਾਜਪਾਲ ਨੂੰ ਚਿੱਠੀ ਲਿਖੀ ਗਈ, ਜਾਂ ਕੱਲ ਜੋ ਉਹਨਾਂ ਨੇ ਟਵੀਟ ਕੀਤਾ ਸੀ। ਸੋ ਉਸ ਤੋਂ ਬਾਅਦ ਹੁਣ ਅਕਾਲੀ ਦਲ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਸੰਵਿਧਾਨਿਕ ਸੰਕਟ ਦੇ ਹਾਲਾਤ ਨੇ। ਬੀਜੇਪੀ ਕਹਿ ਰਹੀ ਹੈ ਰਾਜਪਾਲ ਨੂੰ ਸਵਾਲ ਪੁੱਛਣ ਦਾ ਪੂਰਾ ਹੱਕ ਹੈ। ਕਾਂਗਰਸ ਕਹਿ ਰਹੀ ਹੈ ਕਿ ਸੀਐਮ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣ, ਤੇ ਸੀਐਮ ਰਾਜਪਾਲ ਨੂੰ ਪੁੱਛ ਰਹੇ ਨੇ ਕਿ ਤੁਸੀਂ ਦੱਸੋ ਤੁਹਾਡੀ ਚੋਣ ਦਾ ਆਧਾਰ ਕੀ ਹੈ। ਪੰਜਾਬ ਨੂੰ ਜਿਹੜੇ ਜਿਨ੍ਹਾਂ ਨੇ ਚੁਣਿਆ ਉਹੀ ਫੈਸਲੇ ਕਰਨ, ਇਲੈਕਟਡ ਕਰਨ, ਨਾ ਕਿ ਸਿਲੈਕਟਡ ਕੋਈ ਵਿੱਚ ਆਪਣੀ ਟੰਗ ਅੜਾਉਣ ਕਿ ਆਹ ਕਿਉਂ ਹੋ ਗਿਆ, ਆਹ ਨਾ ਹੋ ਗਿਆ। ਲੋਕਤੰਤਰ 'ਚ ਇਲੈਕਟਡ ਲੋਕ ਜਿਹੜੇ ਨੇ ਉਹ ਵੱਡੇ ਨੇ, ਸਿਲੈਕਟਡ ਤਾਂ ਕੋਈ ਵੀ ਹੋ ਸਕਦਾ, ਠੀਕ ਹੈ ਨਾ। ਸੋ ਉਹਨਾਂ ਨਾਲ ਵੀ ਕੋਈ ਨਹੀਂ, ਸੁਧਾਰ ਲਾਂਗੇ, ਆ ਜਾਣਗੇ ਲੀ ਤੇ, ਕਿਉਂਕਿ ਕਈ ਵਾਰੀ ਇੱਧਰੋਂ ਉੱਧਰੋਂ ਕੋਈ ਕਹਿ ਦਿੰਦਾ ਐਂ ਲਿਖ ਦਿਓ, ਐਂ ਲਿਖ ਦਿਓ, ਉਹ ਚੰਗਾ ਨਹੀਂ ਲੱਗਦਾ। ਕਾਨੂੰਨ ਫਿਰ ਸਾਨੂੰ ਵੀ ਪਤਾ, ਫਿਰ ਐਂ ਤਾਂ ਫਿਰ ਸੋ ਕਾਨੂੰਨ ਤਾਂ ਫਿਰ ਸਾਰਿਆਂ ਵਾਸਤੇ ਇੱਕੋ ਹੀ ਹੈ। ਸੋ ਜਿਹੜੇ ਕਾਨੂੰਨ ਰਾਹੀਂ ਉਹ ਰੋਕਦੇ ਨੇ, ਉਸ ਕਾਨੂੰਨ ਰਾਹੀਂ ਉਹਨਾਂ ਨੂੰ ਅਸੀਂ ਜਵਾਬ ਵੀ ਦੇ ਦਾਂਗੇ। ਪੰਜਾਬ ਨੂੰ ਕਨਸਟੀਟਿਊਸ਼ਨ ਮੁਤਾਬਕ ਜਿਹੜਾ ਕਨਸਟੀਟਿਊਸ਼ਨਲ ਹੈਡ ਹੈ ਪੰਜਾਬ, ਉਹਦੀਆਂ ਜੇ ਕੁਝ ਕੁਐਰੀਜ਼ ਨੇ ਜਿਹੜੀਆਂ ਮੈਂ ਸਮਝਣਾ ਬਿਲਕੁਲ ਠੀਕ ਨੇ। 5 ਚਿੱਠੀਆਂ ਦਾ ਉਹਨਾਂ ਜ਼ਿਕਰ ਕੀਤਾ ਹੈ। ਇੱਕ ਚਿੱਠੀ ਚੌਥੇ ਨੰਬਰ ਤੇ ਮੇਰੀ ਹੈ ਜਿਹੜੀ ਮੈਂ ਉਹਨਾਂ ਨੂੰ ਇੱਕ ਨਵਲ ਅਗਰਵਾਲ ਬਾਰੇ ਲਿਖੀ, ਤੇ ਚੀਫ ਮਿਨਿਸਟਰ ਸਾਹਿਬ ਦਾ ਜੇ ਦਫ਼ਤਰ ਜਵਾਬ ਨਹੀਂ ਦਿੰਦਾ, ਇਹ ਫਿਰ ਇਸ ਤਰ੍ਹਾਂ ਹੀ ਹੋਏਗਾ ਕਿ ਕੱਲ ਨੂੰ ਚੀਫ ਮਿਨਿਸਟਰ ਦੀ ਕੋਈ ਚਿੱਠੀ ਚੀਫ ਸੈਕਟਰੀ ਨੂੰ ਜਾਏਗੀ ਤੇ ਚੀਫ ਸੈਕਟਰੀ ਜਵਾਬ ਦੇਣ ਤੋਂ ਇਨਕਾਰੀ ਹੋ ਜਾਏਗਾ, ਜਾਂ ਉਹੀ ਜਵਾਬ ਦੇਗਾ ਜਿਹੜਾ ਚੀਫ ਮਿਨਿਸਟਰ ਪੰਜਾਬ ਨੇ ਅੱਜ ਗਵਰਨਰ ਨੂੰ ਦਿੱਤਾ ਹੈ। ਤਾਂ ਇਹ ਤੇ ਅਨਾਰਕੀ ਹੋ ਜਾਏਗੀ, ਇਹ ਤੇ ਜੰਗਲ ਦਾ ਰਾਜ ਹੋ ਜਾਏਗਾ, ਫਿਰ ਤਾਂ ਕੋਈ ਕਿਸੇ ਦਾ ਮੰਨੇਗਾ ਹੀ ਨਹੀਂ ਜੀ। ਤਾਂ ਇਸ ਗੱਲ ਕਾਰਨ ਮੈਂ ਸਮਝਣਾ ਕਿ ਸਾਨੂੰ ਇੱਥੇ ਕਨਸਟੀਟਿਊਸ਼ਨਲ ਆਪਸ 'ਚ ਖਿੱਚਾਤਾਣੀ ਨਹੀਂ ਕਰਨੀ ਚਾਹੀਦੀ। ਸਿਆਣਪ ਦੇ ਨਾਲ ਜੇ ਕੋਈ ਗਵਰਨਰ ਸਾਹਿਬ ਦੀ ਕੋਈ ਇੱਕ ਉਹਨਾਂ ਨੇ ਕੋਈ ਵਿਸ਼ੇਸ਼ ਗੱਲ ਕਰ ਉਹ ਅਪਸੈਟ ਹੈ ਨੇ, ਚੀਫ ਮਿਨਿਸਟਰ ਦਾ ਫਰਜ਼ ਬਣਦਾ ਖੁਦ ਰਾਜ ਭਵਨ ਜਾਣ, ਆਪ ਉੱਥੇ ਕਲੈਰਿਟੀ ਕਰਨ, ਉਹਨੂੰ क्लियर कि राज्यपाल और एलजी का जो पद है इसको खत्म कर देना चाहिए। इनके ऊपर जनता का, टैक्स पेयर्स का पैसा करोड़ों रुपए फालतू में बर्बाद होता है, कोई जरूरत नहीं इस पद की। 3 करोड़ लोगों ने चुनकर भगवंत मान जी को मुख्यमंत्री बनाया है, 3 करोड़ लोगों ने यहां के एमएलए को चुना है। उसके ऊपर कोई राज्यपाल बैठ जाए राजा की तरह, कोई एलजी दिल्ली के अंदर बैठ जाए राजा की तरह, तो वो ठीक नहीं है। राजभवन जो है वो राजा भवन के रूप में तब्दील हो रहा है हिंदुस्तान के अंदर, ये बहुत दुर्भाग्यपूर्ण है। राज्यपाल को अपने अधिकार और सीमा को समझना चाहिए, और मैं तो ऐसा मानता हूं कि इस पद की कोई आवश्यकता नहीं है। 1 वोट तो लोग इनको देते नहीं, कहीं से चुन के आते नहीं, इनकी कोई जनता के प्रति जवाबदेही नहीं है, लेकिन डंडा चलाने के लिए ऊपर वालों के इशारे पर, केंद्र सरकार के इशारे पर राज्यपाल और एलजी तैयार रहते हैं। तो इसलिए इस पद की ही आवश्यकता नहीं। अगर आप लोकतंत्र के अंदर संवैधानिक पदां का सत्कार करना पैंदा, संवैधानिक जिम्मेदारी ते बैठे लोगों का भी सत्कार करना पैंदा, और संविधान के तहत ही सानू गल करनी चाहिए है। सरकारी काम जिहड़े आ फाइलों ते हुंदे आ, कागज़ां ते हुंदे आ, इस तरह बोल के नहीं होया करते एक दूजे नाल। मुख्यमंत्री का कल मैं हमेशा कहना कि मुख्यमंत्री गैर तजर्बेकार भी है तो गैर जिम्मेदार भी है। वो क्यों आ? क्योंकि जिस तरह उन्होंने बोल के जवाब दिता, बड़ी मंदभागी गल है। उन्होंने कहा कि मीडिया 'च ही मैं ये जवाब दिता, तुहानूं मैं नहीं तुहाडी कोई गल सुननी। ये कोई गल्लां ने, ये इस तरह की जिम्मेदारी ते बैठे हुए लोग की वो पंजाब नूं चलाउणगे, की पंजाब उन्हां तो उम्मीद करेगा, की लोकतंत्र उन्हां तो उम्मीद करेगा। ਵੀਰੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸੂਬੇ ਦੇ ਵੱਧ ਅਧਿਕਾਰਾਂ ਦਾ ਮਦਈ ਹੈ, ਪਰ ਅੱਜ ਜੋ ਪੰਜਾਬ ਦੇ ਵਿੱਚ ਇੱਕ ਸੰਵਿਧਾਨਿਕ ਸੰਕਟ ਖੜਾ ਹੋ ਗਿਆ ਹੈ, ਜਿੱਥੇ ਪੰਜਾਬ ਦੇ ਸੰਵਿਧਾਨਿਕ ਮੁਖੀ ਗਵਰਨਰ ਸਾਹਿਬ ਨੇ ਪੰਜਾਬ ਸਰਕਾਰ ਉੱਤੇ ਗੰਭੀਰ ਇਲਜ਼ਾਮ ਲਾਏ ਨੇ, ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ। ਗਵਰਨਰ ਸਾਹਿਬ ਲਗਾਤਾਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੱਕ ਰਹੇ ਨੇ, ਚਾਹੇ ਉਹ ਬਾਰਡਰ ਜ਼ਿਲ੍ਹਿਆਂ ਦੇ ਦੌਰੇ ਦੌਰਾਨ ਪੰਜਾਬ ਦੇ ਚੀਫ ਸੈਕਟਰੀ ਤੇ ਡੀਜੀਪੀ ਦੀ ਮੌਜੂਦਗੀ ਦੇ ਵਿੱਚ ਇਹ ਗੱਲ ਕਹਿਣਾ ਹੋਵੇ ਕਿ ਪੰਜਾਬ ਦੇ ਵਿੱਚ ਨਸ਼ਾ ਛੋਟੀ ਹੱਟੀਆਂ ਤੇ ਵਿਕ ਰਿਹਾ, ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ, ਚਾਹੇ ਉਹ